ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਲੋਕ ਪਰਲੋਕ ਦੇ ਰਾਖੇ, ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ, ਜਾਗਦੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ ਸੰਗਤਾਂ ਨੂੰ। ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਸਦਕਾ, ਕਿਰਪਾ ਸਦਕਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਅਸ਼ਟਪਦੀਆਂ, ਗੌੜੀ ਰਾਗ ਦੇ ਵਿੱਚ ਅਸ਼ਟਪਦੀਆਂ 8 ਪਦਿਆਂ ਵਾਲੇ ਸ਼ਬਦ ਹਨ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਬਦ ਹਨ। ਅੰਗ 224 ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਸਿੱਧਾਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪੁੱਛਿਆ ਕਿ ਮਹਾਰਾਜ ਸਿੱਖਾਂ ਦੇ ਕੀ ਲੱਛਣ ਹਨ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਉਚਾਰਨ ਕਰਦੇ ਹੋਏ ਸਿੱਧਾਂ ਨੂੰ ਸਿੱਖਾਂ ਦੇ ਲੱਛਣ ਦੱਸਦੇ ਹਨ ਕਿ ਸਿੱਖਾਂ ਦੇ ਕੀ ਲੱਛਣ ਹੁੰਦੇ ਹਨ। ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ, ਐਸੋ ਦਾਸ ਮਿਲੈ ਸੁਖ ਹੋਈ। ਕਹਿਣ ਲੱਗੇ, ਹੇ ਸਿੱਧੋ, ਅਜਿਹੇ ਦਾਸ ਅਜਿਹੇ ਸੇਵਕ ਮਿਲਣ ਜਿਨ੍ਹਾਂ ਨੂੰ ਆਤਮਿਕ ਸੁੱਖ ਆਨੰਦ ਦੀ ਪ੍ਰਾਪਤੀ ਹੋਈ ਹੈ। ਜੈਸੇ ਅਰਦਾਸ ਦੇ ਵਿੱਚ ਆਪਾਂ ਰੋਜ਼ਾਨਾ ਹੀ ਅਰਦਾਸ ਕਰਦੇ ਹਾਂ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੇ ਕਿਹਾ ਹੈ ਬਾਣੀ ਦੁਆਰਾ, ਐਸੋ ਦਾਸ ਮਿਲੈ ਸੁਖ ਹੋਈ, ਕਿ ਹੇ ਸਿੱਧੋ ਅਜਿਹੇ ਦਾਸ ਅਜਿਹੇ ਸੇਵਕ ਮਿਲਣ ਜਿਨ੍ਹਾਂ ਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋਈ ਹੈ, ਜਿਨ੍ਹਾਂ ਨਾਲ ਮਿਲ ਕੇ ਆਤਮਿਕ ਸੁੱਖ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਹੋ ਜਿਹੇ ਸੇਵਕ ਇਹੋ ਜਿਹੇ ਦਾਸ ਮਿਲਣ ਕਿ ਜਿਨ੍ਹਾਂ ਨਾਲ ਮਿਲ ਕੇ ਆਤਮਿਕ ਅੰਦਰ ਦੀ ਤੇ ਅੰਦਰ ਦਾ ਆਨੰਦ ਹੈ, ਜਿਹੜਾ ਅੰਦਰ ਦੇ ਸੁੱਖ ਹਨ, ਉਹ ਪ੍ਰਾਪਤ ਹੋ ਜਾਣ। ਇਹੋ ਜਿਹੇ ਸੇਵਕ ਮਿਲਣ ਤੇ ਸੇਵਕਾਂ ਦੇ ਮਿਲਣ ਕਰਕੇ ਦੁੱਖ ਬਿਸਰੈ ਪਾਵੈ ਸੱਚ ਸੋਈ, ਕਿ ਜੰਮਣ ਮਰਨ ਦਾ ਦੁੱਖ ਕਸ਼ਟ ਬਿਸਰ ਭਾਵ ਨਿਵਰਤ ਹੋ ਜਾਂਦਾ ਹੈ। ਜੋ ਅਜਿਹੇ ਸੇਵਕ ਹਨ ਜਿਨ੍ਹਾਂ ਦੇ ਮਿਲਣ ਨਾਲ ਖੁਸ਼ੀ ਦੀ ਪ੍ਰਾਪਤੀ ਹੋ ਜਾਂਦੀ ਹੈ, ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਜੰਮਣ ਮਰਨ ਦਾ ਦੁੱਖ ਕਸ਼ਟ ਬਿਸਰ ਜਾਂਦਾ ਹੈ, ਨਿਵਰਤ ਹੋ ਜਾਂਦਾ ਹੈ। ਪਾਵੈ ਸੱਚ ਸੋਈ, ਸੋਈ ਉਹ ਸੱਚ ਸਰੂਪ ਨੂੰ ਪਾ ਲੈਂਦਾ ਹੈ ਕਿ ਗੁਰਮੁਖ ਪਿਆਰਿਆਂ ਦੇ ਨਾਲ ਮਿਲ ਕੇ ਨਾਮ ਜਪਣ ਵਾਲਿਆਂ ਦੇ, ਜੋ ਪਰਮੇਸ਼ਰ ਦੇ ਸੇਵਕ ਹਨ, ਨਾਮੀ ਹਨ, ਉਹਨਾਂ ਦੇ ਨਾਲ ਮਿਲ ਕੇ ਨਾਮ ਜਪਣ ਦੇ ਨਾਲ ਉਹ ਸੱਚ ਸਰੂਪ ਪਰਮੇਸ਼ਰ ਪਾ ਲੈਂਦਾ ਹੈ। ਫਿਰ ਸਿੱਧ ਕਹਿਣ ਲੱਗੇ, ਹੇ ਸਤਿਗੁਰੂ ਜੀ, ਅਜਿਹਾ ਕੌਣ ਸੇਵਕ ਹੈ
ਜਿਸ ਦੇ ਨਾਲ ਪਰਮੇਸ਼ਰ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ। ਜਿਸ ਸੇਵਕ ਨੂੰ ਮਿਲਣ ਕਰਕੇ ਦੁੱਖ ਵੀ ਨਿਵਰਤ ਹੋ ਜਾਂਦੇ ਹਨ ਤੇ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਅੰਦਰ ਹਿਰਦੇ ਦੇ ਅੰਦਰ ਖੁਸ਼ੀਆਂ ਆ ਜਾਂਦੀਆਂ ਹਨ ਕਿ ਇਹ ਜਿਹਾ ਸੇਵਕ ਕੌਣ ਹੁੰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਦਰਸ਼ਨ ਦੇਖ ਭਈ ਮਤ ਪੂਰੀ। ਜਿਨ੍ਹਾਂ ਸੇਵਕਾਂ ਨੂੰ ਗੁਰੂ ਸਾਹਿਬ ਜੀ ਦੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਵੇਖ ਕਰਕੇ ਪੂਰਨ ਬੁੱਧੀ ਹੋਈ ਹੈ ਕਿ ਪੂਰੀ ਮੱਤ ਹੋਈ ਹੈ, ਉਹਨਾਂ ਨੂੰ ਚੰਗੀ ਮੱਤ ਆਈ ਹੈ। ਭਾਵ ਆਤਮ ਵਿਸ਼ੈਣੀ ਬੁੱਧ ਪ੍ਰਾਪਤ ਹੋਈ ਹੈ, ਚੰਗੀ ਬੁੱਧੀ ਪ੍ਰਾਪਤ ਹੋਈ ਹੈ ਕਿ ਉਹ ਸੇਵਕ ਹਨ। ਜਿਨ੍ਹਾਂ ਸੇਵਕਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਵੇਖ ਕੇ ਦਰਸ਼ਨ ਹੋਣੇ ਕਰਕੇ ਪੂਰਨ ਬੁੱਧੀ ਹੋਈ ਹੈ ਕਿ ਘੱਟ ਬੁੱਧੀ ਤੋਂ ਪੂਰੀ ਬੁੱਧੀ ਹੋ ਗਈ ਹੈ। ਆਤਮ ਵਿਸ਼ੈਣੀ ਬੁੱਧ ਪ੍ਰਾਪਤ ਹੋਈ ਹੈ, ਚੰਗੀ ਬੁੱਧ ਪ੍ਰਾਪਤ ਹੋਈ ਹੈ। ਜਿਨ੍ਹਾਂ ਨੂੰ ਉਹ ਸਤਿਗੁਰ ਦੇ ਸੇਵਕ ਹਨ। 68 ਮੱਜਨ ਚਰਨੈ ਧੂੜੀ, ਕਿ ਉਹਨਾਂ ਦੇ ਚਰਨਾਂ ਕਮਲਾਂ ਦੀ ਧੂੜੀ ਪ੍ਰਾਪਤ ਹੋਣ ਨਾਲ 68 ਮੱਜਣ 68 ਤੀਰਥਾਂ ਦੇ ਪੂਰਬਾਂ ਦਾ ਇਸ਼ਨਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਜੋ ਪਰਮੇਸ਼ਰ ਦੇ ਸੇਵਕ ਜਨ ਹਨ ਕਿ ਜਿਨ੍ਹਾਂ ਦੇ ਮਿਲਣ ਨਾਲ ਜੰਮਣ ਮਰਨ ਨਿਵਰਤ ਹੋ ਜਾਂਦਾ ਹੈ, ਸੱਚ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰਮੇਸ਼ਰ ਮਿਲ ਜਾਂਦਾ ਹੈ। ਕਿ ਉਹਨਾਂ ਸੇਵਕਾਂ ਨੂੰ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਕੇ ਪੂਰਨ ਮੱਤ ਹੋ ਜਾਂਦੀ ਹੈ ਅਤੇ ਉਹਨਾਂ ਦੇ ਚਰਨਾਂ ਕਮਲਾਂ ਦੀ ਧੂੜੀ ਪ੍ਰਾਪਤ ਹੋਣ ਨਾਲ 68 ਮੱਜਣ ਕਿ 68 ਤੀਰਥਾਂ ਦੇ ਪੂਰਬਾਂ ਦਾ ਇਸ਼ਨਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਰਹਾਉ। ਵਿਸ਼ਰਾਮ ਦੇ ਕੇ ਅੱਗੇ ਮਹਾਰਾਜ ਜੀ ਸਮਝਾ ਰਹੇ ਹਨ ਕਿ ਸਿੱਖਾਂ ਦੇ ਲੱਛਣ ਦੱਸਦੇ ਹਨ। ਨੇਤਰ ਸੰਤੋਖੇ ਏਕ ਲਿਵ ਤਾਰਾ, ਜਿਹਬਾ ਸੂਚੀ ਹਰ ਰਸ ਸਾਰਾ। ਮਹਾਰਾਜ ਜੀ ਕਹਿਣ ਲੱਗੇ, ਸਿੱਖਾਂ ਦੇ ਸੇਵਕਾਂ ਦੀ ਬਿਰਤੀ ਇੱਕ ਰਸ ਤੇਲ ਧਾਰਾ ਵੱਤ ਖਿੰਡਣ ਤੋਂ ਰਹਿਤ ਲੱਗੀ ਰਹਿੰਦੀ ਹੈ। ਜੋ ਸੇਵਕ ਜਨ ਹਨ, ਸਿੱਖ ਜਨ ਹਨ, ਪਰਮੇਸ਼ਰ ਨਾਲ ਜੁੜੇ ਹੋਏ ਹਨ, ਨਾਮ ਜਪਣ ਵਾਲੇ ਹਨ, ਉਹਨਾਂ ਦੀ ਬਿਰਤੀ ਇੱਕ ਰਸ ਤੇਲ ਧਾਰਾ ਵੱਤ ਖਿੰਡਣ ਤੋਂ ਰਹਿਤ ਹੋਈ ਹੈ। ਅਤੇ ਨੇਤਰ ਸੰਤੋਖੇ, ਨੇਤਰ ਅੱਖਾਂ ਸੰਤੋਖ ਦੇ ਸਹਿਤ ਹੋ ਗਈਆਂ ਹਨ, ਆਨੰਦ ਦੇ ਸਹਿਤ ਹੋ ਗਈਆਂ ਹਨ ਉਹਨਾਂ ਦੀਆਂ, ਤੇ ਅੱਖਾਂ ਉਹਨਾਂ ਦੀਆਂ ਪ੍ਰਸੰਨ ਹੋ ਗਈਆਂ ਹਨ, ਖੁਸ਼ ਹੋ ਗਈਆਂ ਹਨ। ਜਿਹਬਾ ਸੂਚੀ ਹਰ ਰਸ ਸਾਰਾ, ਕਿ ਹਰੀ ਦੇ ਰਸ, ਹਰੀ ਦੇ ਆਨੰਦ ਨੂੰ ਪੂਰਨ ਪ੍ਰਾਪਤ ਕਰਕੇ ਉਹਨਾਂ ਦੀ ਜਿਹਬਾ, ਉਹਨਾਂ ਦੀ ਰਸਨਾ ਸੂਚੀ ਪਵਿੱਤਰ ਹੋ ਗਈ ਹੈ। ਭਾਵ ਜ਼ੁਬਾਨ ਨਾਲ ਮੁੱਖੋਂ ਸੱਚੇ ਵਚਨ ਹੀ ਬੋਲਦੇ ਹਨ ਤੇ ਪਰਮੇਸ਼ਰ ਦਾ ਨਾਮ ਹੀ ਜਪਦੇ ਹਨ, ਉਹ ਪੂਰਨ ਸਿੱਖ ਹੁੰਦੇ ਹਨ। ਮਹਾਰਾਜ ਜੀ ਨੇ ਸਿੱਖਾਂ ਦੇ ਲੱਛਣ ਦੱਸੇ ਹਨ। ਸੱਚ ਕਰਨੀ ਅਬ ਅੰਤਰ ਸੇਵਾ, ਉਹ ਸੇਵਕ ਜਨ ਸੱਚੀ ਭਗਤੀ ਕਰਦੇ ਹਨ ਕਿ ਉਹਨਾਂ ਦੀ ਸੱਚੀ ਕਰਨੀ, ਸੱਚੀ ਭਗਤੀ ਹੈ, ਸੱਚੀ ਹੀ ਭਗਤੀ ਕਰਦੇ ਹਨ। ਆਬ ਅੰਤਰ ਸੇਵਾ, ਆਬ ਹੁੰਦਾ ਹਿਰਦਾ, ਹਿਰਦੇ ਦੇ ਅੰਦਰ ਵੀ ਪ੍ਰਭੂ ਦੀ ਹੀ ਸੇਵਨ ਕਰਦੇ ਹਨ, ਸੇਵਾ ਕਰਦੇ ਹਨ, ਸਿਮਰਨ ਕਰਦੇ ਹਨ। ਸੱਚ ਕਰਨੀ ਅਬ ਅੰਤਰ ਸੇਵਾ, ਕਿ ਉਹਨਾਂ ਦੀ ਸੱਚ ਸੱਚੀ ਕਰਨੀ ਭਗਤੀ ਹੈ, ਸੱਚੀ ਕਮਾਈ ਹੈ। ਆਬ ਅੰਤਰ ਸੇਵਾ, ਅਬ ਹਿਰਦੇ ਦੇ ਅੰਦਰ ਵੀ ਪ੍ਰਭੂ ਦਾ ਹੀ ਸੇਵਨ ਕਰਦੇ ਹਨ, ਪ੍ਰਭੂ ਦਾ ਹੀ ਸਿਮਰਨ ਕਰਦੇ ਹਨ, ਪਰਮੇਸ਼ਰ ਦਾ ਨਾਮ ਜਪਦੇ ਹਨ। ਮਨ ਤ੍ਰਿਪਤਾ ਸਿਆ ਅਲਖ ਅਭੇਵਾ, ਜੋ ਅਲਖ ਲਾਖਣ ਤੋਂ ਰਹਿਤ ਹੈ, ਜੋ ਪਰਮੇਸ਼ਰ ਅਲਖ ਲਾਖਣ ਤੋਂ ਰਹਿਤ ਹੈ, ਅਸੁੱਧ ਮਨ ਕਰਕੇ ਲਖਿਆ ਨਹੀਂ ਜਾਂਦਾ,
ਅਤੇ ਅਭੇਵਾ ਕਿ ਭੇਤ ਤੋਂ ਰਹਿਤ ਹੈ। ਭਾਵ ਜਿਸ ਦਾ ਗੁਰਾਂ ਤੋਂ ਬਿਨਾਂ ਭੇਤ ਨਹੀਂ ਪਾਇਆ ਜਾਂਦਾ, ਉਸ ਦੀ ਪ੍ਰਾਪਤੀ ਕਰਕੇ ਮਾਨ ਤ੍ਰਿਪਤਾਸਿਆ ਮਨ ਹਿਰਦਾ ਅਤਿਅੰਤ ਰੱਜ ਗਿਆ ਹੈ ਉਹਨਾਂ ਦਾ। ਜੋ ਸੇਵਕ ਜਨ ਸਿੱਖ ਜਨ ਕਿ ਸੱਚੀ ਭਗਤੀ ਕਰਦੇ ਹਨ, ਸੱਚੀ ਕਮਾਈ ਕਰਦੇ ਹਨ, ਹਿਰਦੇ ਦੇ ਅੰਦਰ ਵੀ ਪ੍ਰਭੂ ਦਾ ਹੀ ਸੇਵਨ ਸਿਮਰਨ ਕਰਦੇ ਹਨ। ਜੋ ਅਲੱਖ ਲਖਣ ਤੋਂ ਰਹਿਤ ਪਰਮੇਸ਼ਰ ਹੈ, ਅਸ਼ੁੱਧ ਮਨ ਕਰਕੇ ਲਖਿਆ ਨਹੀਂ ਜਾਂਦਾ ਤੇ ਖੋਟੇ ਮਨ ਕਰਕੇ ਉਹ ਪਰਮੇਸ਼ਰ ਲਖਿਆ ਨਹੀਂ ਜਾਂਦਾ, ਤੇ ਭੇਤ ਤੋਂ ਰਹਿਤ ਹੈ ਜੋ ਪਰਮੇਸ਼ਰ। ਭਾਵ ਜਿਸ ਦਾ ਗੁਰਾਂ ਤੋਂ ਬਿਨਾਂ ਭੇਤ ਨਹੀਂ ਪਾਇਆ ਜਾਂਦਾ, ਉਸ ਦੀ ਪ੍ਰਾਪਤੀ ਕਰਕੇ ਮਨ ਹਿਰਦਾ ਅਤਿਅੰਤ ਗੁਰਸਿੱਖਾਂ ਦਾ ਰੱਜ ਗਿਆ ਹੈ। ਜਹ ਜੈ ਦੇਖੋ ਤਹ ਤਹ ਸਾਚਾ, ਬਿਨ ਬੂਝੇ ਝਗਰਤ ਜਗ ਕਾਚਾ। ਮਹਾਰਾਜ ਜੀ ਕਹਿਣ ਲੱਗੇ, ਉਹਨਾਂ ਸਿੱਖਾਂ ਦੀ ਦਿਵ ਦ੍ਰਿਸ਼ਟੀ ਜਾਗ ਪਈ ਹੈ ਜਿਨ੍ਹਾਂ ਦਾ ਹਿਰਦਾ ਅਤਿਅੰਤ ਰੱਜ ਗਿਆ ਹੈ। ਪਰਮੇਸ਼ਰ ਦਾ ਨਾਮ ਜਪ ਕੇ, ਪਰਮੇਸ਼ਰ ਦੀ ਭਗਤੀ ਕਰਕੇ, ਕਿ ਹਿਰਦੇ ਅੰਦਰ ਸਿਮਰਨ ਕਰਕੇ ਜਿਨ੍ਹਾਂ ਦਾ ਹਿਰਦਾ ਅਤਿਅੰਤ ਰੱਜ ਗਿਆ ਹੈ, ਉਹਨਾਂ ਦੀ ਤਾਂ ਦਿਵ ਦ੍ਰਿਸ਼ਟੀ ਜਾਗ ਪਈ ਹੈ। ਉਹ ਜਹ ਜੈ ਦੇਖੋ, ਜਿੱਥੇ ਜਿੱਥੇ ਵੀ ਦੇਖਦੇ ਹਨ, ਤਹ ਤਹ ਸਾਚਾ, ਉੱਥੇ ਉੱਥੇ ਹੀ ਸੱਚਾ ਵਾਹਿਗੁਰੂ ਹੀ ਉਹਨਾਂ ਨੂੰ ਵਿਆਪਕ ਦ੍ਰਿਸ਼ਟੀ ਆਉਂਦਾ ਹੈ ਨਿਗਾਹ ਦੇ ਵਿੱਚ, ਉਹਨਾਂ ਦੇ ਵਿੱਚ ਕਿ ਵਾਹਿਗੁਰੂ ਹੀ ਦਿਸਦਾ ਹੈ। ਬਿਨ ਬੂਝੇ ਝਗਰਤ ਜਗ ਕਾਚਾ, ਉਸ ਪਰਮੇਸ਼ਰ ਦੇ ਹੁਕਮ ਬੁੱਝਣ ਤੋਂ ਬਿਨਾਂ, ਕਿ ਬਿਨ ਬੂਝੇ ਝਗਰਤ ਜਗ ਕਾਚਾ, ਉਸ ਪਰਮੇਸ਼ਰ ਦੇ ਹੁਕਮ ਬੁੱਝਣ ਤੋਂ ਬਗੈਰ ਕਾਚਾ ਅਗਿਆਨੀ ਜੀਵ ਜਗ ਜਗਤ ਦੇ ਵਿੱਚ ਝਗਰਤ ਝਗੜਿਆਂ ਦੇ ਵਿੱਚ ਹੀ ਪਏ ਰਹਿੰਦੇ ਹਨ। ਕਿ ਉਸ ਪਰਮੇਸ਼ਰ ਦੇ ਹੁਕਮ ਬੁੱਝਣ ਤੋਂ ਬਗੈਰ ਇਹ ਅਗਿਆਨੀ ਜੀਵ ਜਗਤ ਵਿੱਚ ਝਗੜਿਆਂ ਦੇ ਵਿੱਚ ਹੀ ਪਏ ਰਹਿੰਦੇ ਹਨ। ਗੁਰ ਸਮਝਾਵੈ ਸੋਝੀ ਹੋਈ, ਗੁਰਮੁਖ ਬਿਰਲਾ ਬੂਝੈ ਕੋਈ। ਗੁਰ ਸਮਝਾਵੈ ਸੋਝੀ ਹੋਈ, ਜਿਨ੍ਹਾਂ ਨੂੰ ਗੁਰੂ ਸਤਿਗੁਰੂ ਸਾਹਿਬ ਜੀ ਸਮਝਾਉਂਦੇ ਹਨ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਨ੍ਹਾਂ ਗੁਰਸਿੱਖਾਂ ਨੂੰ ਸਮਝਾਉਂਦੀ ਹੈ, ਉਹਨਾਂ ਨੂੰ ਹੀ ਆਤਮਿਕ ਸਰੂਪ ਦੀ ਗਿਆਤ ਪ੍ਰਾਪਤ ਹੁੰਦੀ ਹੈ। ਗੁਰਮੁਖ ਬਿਰਲਾ ਬੂਝੈ ਕੋਈ, ਸਤਿਗੁਰਾਂ ਦੁਆਰਾ ਗੁਰਮੁਖ ਬਣ ਕੇ ਕੋਈ ਬਿਰਲਾ ਹੀ ਇਸ ਭੇਦ ਨੂੰ ਬੁੱਝਦਾ ਹੈ, ਸਮਝਦਾ ਹੈ ਕਿ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਸਮਝਾਉਂਦੇ ਹਨ, ਉਹਨਾਂ ਨੂੰ ਹੀ ਆਤਮਿਕ ਸਰੂਪ ਦੀ ਗਿਆਤ ਪ੍ਰਾਪਤ ਹੁੰਦੀ ਹੈ। ਸਤਿਗੁਰਾਂ ਦੁਆਰਾ ਗੁਰਮੁਖ ਬਣ ਕੇ ਕੋਈ ਬਿਰਲਾ ਹੀ ਇਸ ਭੇਦ ਨੂੰ ਬੁੱਝਦਾ ਹੈ, ਸਮਝਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਕਰ ਕਿਰਪਾ ਰਾਖੋ ਰਖਵਾਲੇ, ਕਿ ਉਹ ਗੁਰਮੁਖ ਜਨ ਇਉਂ ਬੇਨਤੀ ਕਰਦੇ ਹਨ ਕਿ ਹੇ ਰਖਵਾਲੇ, ਰੱਖਿਆ ਕਰਨ ਵਾਲੇ ਪ੍ਰਭੂ, ਕਰ ਕਿਰਪਾ, ਤੁਸੀਂ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਸਾਡੇ ਤਾਈਂ ਰੱਖਣਾ ਕਰੋ। ਕਿਉਂਕਿ ਬਿਨ ਬੂਝੇ ਪਸ਼ੂ ਭਏ ਬੇਤਾਲੇ, ਕਿਉਂਕਿ ਤੁਹਾਡੇ ਸਰੂਪ ਨੂੰ ਗੁਰਾਂ ਤੋਂ ਸਮਝੇ ਤੋਂ ਬਗੈਰ ਪਸ਼ੂਆਂ ਕਰਕੇ ਬੇਤਾਲੇ ਭੂਤਨਿਆਂ ਦੀ ਨਿਆਈ ਹੋ ਰਹੇ ਹਾਂ। ਕਿ ਉਹ ਸਰੂਪ ਦੀ ਵਿਚਾਰ ਤੋਂ ਰਹਿਤ ਹੋ ਰਹੇ ਹਨ, ਦਵੈਤ ਦੀ ਤਾਲ ਪੂਰਦੇ ਹਨ ਤੇ ਦੂਜਿਆਂ ਦੀ ਪੂਜਾ ਦੇ ਵਿੱਚ ਲੱਗੇ ਹਨ। ਮਹਾਰਾਜ ਜੀ ਸਮਝਾ ਰਹੇ ਹਨ ਕਿ ਕਰ ਕਿਰਪਾ ਰਾਖੋ ਰਖਵਾਲੇ, ਬਿਨ ਬੂਝੇ ਪਸ਼ੂ ਭਏ ਬੇਤਾਲੇ, ਕਿ ਉਹ ਗੁਰਮੁਖ ਜਨ ਇਉਂ ਬੇਨਤੀ ਕਰਦੇ ਰਹਿੰਦੇ ਹਨ ਕਿ ਹੇ ਰਖਵਾਲੇ, ਰੱਖਿਆ ਕਰਨ ਵਾਲੇ ਪ੍ਰਭੂ, ਤੁਸੀਂ ਦਇਆ ਦ੍ਰਿਸ਼ਟੀ ਕਰਕੇ ਸਾਡੇ ਤਾਈਂ ਰੱਖਣਾ ਕਰੋ। ਕਿਉਂਕਿ ਤੁਹਾਡੇ ਸਰੂਪ ਨੂੰ ਗੁਰਾਂ ਤੋਂ ਸਮਝੇ ਬਗੈਰ
ਪਸ਼ੂਆਂ ਅਤੇ ਬੇਤਾਲੇ ਭੂਤਨਿਆਂ ਦੀ ਨਿਆਈ ਹੋ ਰਹੇ ਹਾਂ। ਗੁਰ ਕਹਿਆ ਅਬਰ ਨਹੀਂ ਦੂਜਾ, ਕਿਸ ਕੋ ਦੇਖ ਕਰੋ ਅਨ ਪੂਜਾ। ਮਹਾਰਾਜ ਜੀ ਕਹਿਣ ਲੱਗੇ, ਹੇ ਸਿੱਧੋ, ਸਤਿਗੁਰੂ ਸਾਹਿਬ ਜੀ ਨੇ ਕਹਿਆ ਕਹਿਣਾ ਕੀਤਾ ਹੈ। ਗੁਰ ਕਹਿਆ ਕਿ ਹੇ ਸਿੱਧੋ, ਗੁਰ ਸਤਿਗੁਰੂ ਸਾਹਿਬ ਜੀ ਨੇ ਕਹਿਆ ਕਹਿਣਾ ਕੀਤਾ ਹੈ। ਆਵਰ ਨਹੀਂ ਦੂਜਾ, ਕਿ ਸਿੱਖਿਆ ਦਿੱਤੀ ਹੈ ਕਿ ਇੱਕ ਅਕਾਲ ਪੁਰਖ ਤੋਂ ਬਿਨਾ ਆਵਰ ਹੋਰ ਕੋਈ ਦੂਸਰਾ ਨਹੀਂ ਹੈ। ਫਿਰ ਕਿਸ ਕੋ ਦੇਖ ਕਰੋ ਅਨ ਪੂਜਾ, ਫਿਰ ਕਿਸ ਦੇ ਤਾਈ ਕਹਿਣਾ ਕਰੀਏ ਕਿ ਫਲਾਣੇ ਤਾਈ ਦੇਖਣਾ ਕਰੋ, ਅਤੇ ਹੋਰ ਕਿਸੇ ਦੀ ਪੂਜਾ ਆਚਰਨ ਕਰਨਾ ਕਰੋ, ਜਦ ਇੱਕ ਅਕਾਲ ਪੁਰਖ ਤੋਂ ਬਿਨਾ ਹੋਰ ਕੋਈ ਦੂਜਾ ਹੈ ਹੀ ਨਹੀਂ। ਫਿਰ ਕਿਸ ਦੇ ਤਾਈ ਕਹਿਣਾ ਕਰੀਏ ਕਿ ਫਲਾਣੇ ਤਾਈ ਰੱਖਣਾ ਕਰੋ, ਦੇਖਣਾ ਕਰੋ, ਕਿ ਹੋਰ ਕਿਸੇ ਦੀ ਪੂਜਾ ਕਰਨਾ ਕਰੋ। ਭਾਵ ਕਿ ਇੱਕ ਪਰਮੇਸ਼ਰ ਤੋਂ ਬਿਨਾ ਹੋਰ ਦੂਜਾ ਕੋਈ ਇਸ ਜੀਵ ਨੂੰ ਰੱਖਣ ਵਾਲਾ ਹੈ ਹੀ ਨਹੀਂ। ਸੰਤ ਹੇਤ ਪ੍ਰਭ ਤਿਰ ਭਾਵਨ ਧਾਰੇ, ਸੰਤ ਸਾਤ ਆਤਮਾ ਮਹਾਪੁਰਖਾਂ ਦੇ ਪ੍ਰੇਮ ਵਾਸਤੇ ਪ੍ਰਭ ਤਿਰ ਭਾਵਨ ਧਾਰੇ, ਕਿ ਪ੍ਰਭੂ ਵਾਹਿਗੁਰੂ ਨੇ ਤਿਰ ਭਾਵਨ ਤਿੰਨੇ ਭਾਵਨ ਰਚੇ ਹੋਏ ਹਨ। ਸੰਤ ਹੇਤ ਪ੍ਰਭ ਤਿਰ ਭਾਵਨ ਧਾਰੇ, ਸੰਤ ਸਾਤ ਆਤਮਾ ਮਹਾਪੁਰਖਾਂ ਦੇ ਪ੍ਰੇਮ ਵਾਸਤੇ ਪ੍ਰਭ ਤਿਰ ਭਾਵਨ ਧਾਰੇ। ਪ੍ਰਭੂ ਵਾਹਿਗੁਰੂ ਨੇ ਤਿਰ ਭਾਵਨ ਤਿੰਨੇ ਭਾਵਨ ਰਚੇ ਹੋਏ ਹਨ। ਮਹਾਪੁਰਖ ਉਸ ਵਾਹਿਗੁਰੂ ਵਿੱਚ ਪ੍ਰੇਮ ਕਰਦੇ ਹਨ ਜਿਸ ਵਾਹਿਗੁਰੂ ਨੇ ਤਿੰਨ ਲੋਕ ਆਪਣੇ ਆਸਰੇ ਧਾਰਨ ਕੀਤੇ ਹੋਏ ਹਨ। ਮਹਾਤਮਾ ਜਿਨ੍ਹਾਂ ਦੁਆਰਾ ਉਸ ਵਾਹਿਗੁਰੂ ਵਿੱਚ ਪ੍ਰੇਮ ਕਰਕੇ ਜਿਸ ਪ੍ਰਭੂ ਜਿਸ ਵਾਹਿਗੁਰੂ ਨੇ ਤਿਰ ਭਾਵਨ ਤ੍ਰਿਲੋਕੀ ਵਿੱਚ ਅਵਤਾਰ ਧਾਰਨ ਕੀਤੇ ਹਨ। ਚੇਤਨ ਸਰੂਪ ਪਰਮੇਸ਼ਰ ਤਿੰਨਾਂ ਭਾਵਨਾ ਨੂੰ ਧਾਰਨ ਕਰਕੇ ਸੰਤਾਂ ਵਿੱਚ ਹਿਤ ਕਰਦਾ ਹੈ, ਪਿਆਰ ਕਰਦਾ ਹੈ, ਭਾਵ ਉਹਨਾਂ ਦੀ ਰੱਖਿਆ ਕਰਦਾ ਹੈ। ਜੋ ਸੰਤ ਮਹਾਤਮਾ ਹਨ ਉਹ ਤਿਰ ਭਾਵਨ ਤਿੰਨਾਂ ਭਾਵਨਾ ਦੇ ਧਾਰਨ ਵਾਲੇ ਪਰਮੇਸ਼ਰ ਵਿੱਚ ਪ੍ਰੇਮ ਕਰਦੇ ਹਨ। ਜੋ ਆਪਣੇ ਆਪ ਨੂੰ ਚੀਨੈ, ਆਤਮ ਚੀਨੈ, ਜੋ ਆਪਣੇ ਆਪ ਨੂੰ ਚੀਨੈ ਜਾਣ ਲਵੇ, ਉਹ ਤਤ ਸਿਧਾਂਤ ਸਰੂਪ ਦੀ ਵਿਚਾਰ ਕਰਕੇ ਨਿਹਾਲ ਹੋ ਜਾਂਦੇ ਹਨ। ਸਾਚ ਹਿਰਦੈ ਸਚ ਪ੍ਰੇਮ ਨਿਵਾਸ, ਪਰਣਵਤ ਨਾਨਕ ਹਮ ਤਾਂ ਕੇ ਦਾਸ। ਗੁਰੂ ਨਾਨਕ ਦੇਵ ਮਹਾਰਾਜ ਜੀ ਅਖੀਰਲੀਆਂ ਪੰਗਤੀਆਂ ਵਿੱਚ ਸਮਾਪਤੀ ਵਿੱਚ ਸਮਝਾ ਰਹੇ ਹਨ। ਸਾਚ ਹਿਰਦੈ ਸੱਚ ਪ੍ਰੇਮ ਨਿਵਾਸ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਜਿਨ੍ਹਾਂ ਨੇ ਹਿਰਦੇ ਵਿੱਚ ਸੱਚਾ ਪਰਮੇਸ਼ਰ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਸਾਚ ਹਿਰਦੈ ਸੱਚ ਪ੍ਰੇਮ ਨਿਵਾਸ, ਹੈ ਭਾਈ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚਾ ਪਰਮੇਸ਼ਰ ਹੈ ਅਤੇ ਸਰੀਰ ਬਾਣੀ ਕਰਕੇ ਸੱਚੇ ਦੇ ਪਿਆਰ ਦਾ ਨਿਵਾਸ ਹੈ, ਵਾਸਾ ਹੈ। ਪਰਣਵਤ ਨਾਨਕ ਹਮ ਤਾਂ ਕੇ ਦਾਸ। ਸਤਿਗੁਰੂ ਜੀ ਪਰਣਵਤ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਅਸੀਂ ਸਰਦਾਵਾਨ ਹੋ ਕੇ ਉਹਨਾਂ ਦੇ ਦਾਸ, ਉਹਨਾਂ ਦੇ ਸੇਵਕ ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਸੱਚਾ ਪਰਮੇਸ਼ਰ ਹੈ ਅਤੇ ਸਰੀਰ ਬਾਣੀ ਕਰਕੇ ਸੱਚੇ ਦੇ ਪਿਆਰ ਦਾ ਨਿਵਾਸ ਵਾਸਾ ਹੈ, ਜਿਨ੍ਹਾਂ ਦੇ ਅੰਦਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਸਾਵਧਾਨ ਹੋ ਕੇ ਉਹਨਾਂ ਦੇ ਸੇਵਕ, ਉਹਨਾਂ ਦੇ ਦਾਸ ਹਾਂ। ਗੌੜੀ ਮਹੱਲਾ ਪਹਿਲਾ। ਬ੍ਰਹਮੈ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ, ਜਹ ਪ੍ਰਭ ਸਿਮਰੈ ਤਹੀ ਮਨ ਮਾਨਿਆ, ਐਸਾ ਗਰਭ ਬੁਰਾ ਸੰਸਾਰੈ,
जिस गुर मिलै तिस गर्भ निवार रहाउ। बल राजा माया अहंकारी, जगन करै बहु भार अपारी। बिन गुर पूछे जाए प्यारी, हरि चंद दान करै जस लेवै। बिन गुर अंत न पाए अपेवै, आप भुलाए आपे मत देवै। दुर्मत हरणाक्ष दुराचारी, प्राभ नारायण गर्भ परहारी। प्रहलाद उधारे कृपा धारी, भूलो रावण मुग्ध अचेत। लूटी लंका शीस समेत, गर्भ गया बिन सतगुर हेत। सहस बाहो मद कीट मह खासा, हरनाक्ष ले नख होवे दासा। दैंत संघारे बिन भगत अभ्यासा, जरासंध काल जमन संघारे। रगत बीज काल नेम बिदारे, दैंत संघार संत निस्तारे। आपे सतगुर शब्द विचारे, दूजै भाए दैंत संघारे। गुरमुख साच भगत निस्तारे। महाराज जी धन गुरु नानक देव जी की बाणी है। साहिब श्री गुरु नानक देव महाराज जी ने बाणी उचारण की है। 224 अंग ते अष्टपदियां दे अंदर गौड़ी राग दे अंदर गुरु नानक देव महाराज जी की बाणी है। सिद्धां दे नाल विचार चल रही है। सिद्धां ने सतगुरु गुरु नानक देव महाराज जी नूं प्रश्न किया कि महाराज गर्भ कैसा है, हंकार कैसा है। गर्भ क्या है हंकार नूं कि हंकार कैसा है। तां अंतरजामी अंदर दी जानण वाले सतगुरु नानक देव महाराज जी सिद्धां दे प्रथाए पिछलियां युगां दा दृष्टांत दे के कि जिन्ना जिन्ना ने हंकार कीता है, गुरु नानक देव महाराज जी ने सिद्धां दे प्रताए पिछलियां युगां दा दृष्टांत दे के कि जिन्ना जिन्ना ने हंकार कीता है उन्हां नूं नीवा ही देखना पिया है। जिन्ने ब्रह्मा वर्गे कि इन्हां दी विचार आई है, हरनाक्ष वर्गे जिन्हां ने हंकार किया है उन्हां नूं सब नूं नीवा देखना पिया है। इउं सतगुरु जी चौहां युगां विच वरतियां घटनावां विचों कुछ घटनावां दी कथा सुणाउंदे हन सिद्धां नूं कि पिछले जिहड़े युग होए हन उन्हां युगां दे विच जो घटनावां वरतियां सन उन्हां घटनावां दी कथा सिद्धां नूं गुरु नानक देव महाराज जी सुणाउंदे हन। कहण लगे ब्रह्मै गर्भ किया नहीं जानिया कि हे सिद्धो ब्रह्मा जी ने गर्भ हंकार कीता ते अपने उत्पत अपने करता परमेश्वर नूं जाणिया ही नहीं कि परमेश्वर ने मैनूं पैदा कीता है। हंकार दे विच समझिया ही नहीं उस परमेश्वर नूं कि ब्रह्मे ने हंकार दे सहित हो करके प्रभु द्वारा कीता होया कुछ जाणिया ही नहीं समझिया ही नहीं कि परमेश्वर ने सब कुछ कीता है। वेद की बिपत पढ़ी पछतानिया जदों संखासुर दैंत वेद खो के लै गया सी तां इस नूं वेदां दी बिपत वेदां दी मुसीबत पै गई ब्रह्मा नूं कि जदों ब्रह्मा तो संखासुर दैंत वेद खो के लै गया सी तां इस नूं वेदां दी बिपत वेदां दी मुसीबत पै गई। वेदां बिना इस कोल कोई ज्ञान नहीं सी, वेदां दा ज्ञान ही सुनाया करदा सी। इस करके बहुत पछतानिया
ਪਹਚਾਤਾਪ ਕੀਤਾ ਇਸ ਨੇ। ਜਹ ਪ੍ਰਭ ਸਿਮਰੇ ਤਹੀ ਮਨ ਮਾਨਿਆ। ਫਿਰ ਜਦੋਂ ਬ੍ਰਹਮਾ ਨੇ ਪ੍ਰਭੂ ਅੰਤਰਜਾਮੀ ਪਰਮੇਸ਼ਰ ਨੂੰ ਸਿਮਰਨਾ ਕੀਤਾ, ਯਾਦ ਕੀਤਾ, ਤਾਂ ਪਰਮੇਸ਼ਰ ਨੇ ਸ਼ਿਵ ਜੀ ਨੂੰ ਆਗਿਆ ਕਰਕੇ ਮੱਛ ਅਵਤਾਰ ਦੁਆਰਾ ਸ਼ੰਖਾਸੁਰ ਦੈਂਤ ਦਾ ਨਾਸ ਕਰਾ ਕੇ ਇਸ ਨੂੰ ਵੇਦ ਧੁਨੀ ਵਾਲਾ ਸ਼ੰਖ ਵਾਪਸ ਲਿਆ ਕੇ ਦਿੱਤਾ। ਉਸ ਵੇਲੇ ਇਸ ਦਾ ਮਨ, ਇਸ ਦਾ ਹਿਰਦਾ ਪਰਮੇਸ਼ਰ ਉੱਪਰ ਮਾਨਿਆ, ਮੰਨ ਗਿਆ ਕਿ ਮੈਨੂੰ ਵੀ ਰਚਨ ਵਾਲਾ ਕੋਈ ਹੈ, ਮੈਂ ਸੁਤੰਤਰ ਨਹੀਂ, ਕਿ ਮੈਂ ਆਪ ਦੇ ਆਪ ਕੁਝ ਨਹੀਂ ਹਾਂ। ਇਹ ਬ੍ਰਹਮਾ ਕਹਿਣ ਲੱਗਿਆ ਮੈਨੂੰ ਵੀ ਰਚਨ ਵਾਲਾ ਕੋਈ ਹੈ। ਅੱਗੇ ਇੱਥੇ ਸਾਖੀ ਹੈ ਬ੍ਰਹਮਾ ਦੀ। ਬ੍ਰਹਮਾ ਨੇ ਹੰਕਾਰ ਕੀਤਾ ਸੀ, ਜਿਹੜਾ ਵੇਦ ਖੋਹ ਕੇ ਲੈ ਗਿਆ ਸੀ ਸ਼ੰਖਾਸੁਰ, ਕਿ ਬ੍ਰਹਮਾ ਹੰਕਾਰ ਦੇ ਸਹਿਤ ਹੋ ਕੇ ਇਹ ਕਹਿੰਦਾ ਸੀ ਕਿ ਮੇਰੇ ਤੁੱਲ ਹੋਰ ਕੋਈ ਨਹੀਂ, ਮੇਰੇ ਬਰਾਬਰ ਹੋਰ ਕੋਈ ਨਹੀਂ ਹੈ, ਮੈਂ ਹੀ ਵੇਦ ਦੀ ਮਰਜ਼ਾਦਾ ਅਨੁਸਾਰ ਸੰਸਾਰ ਨੂੰ ਚਲਾਉਂਦਾ ਹਾਂ। ਬ੍ਰਹਮਾ ਹੰਕਾਰ ਦੇ ਸਹਿਤ ਹੋ ਕਰਕੇ ਇਹ ਕਹਿੰਦਾ ਸੀ ਕਿ ਮੇਰੇ ਤੁੱਲ, ਮੇਰੇ ਬਰਾਬਰ ਹੋਰ ਕੋਈ ਨਹੀਂ ਹੈ, ਮੈਂ ਹੀ ਵੇਦ ਦੀ ਮਰਜ਼ਾਦਾ ਅਨੁਸਾਰ ਸੰਸਾਰ ਨੂੰ ਚਲਾਉਂਦਾ ਹਾਂ। ਇਸ ਦੇ ਕੋਲ ਇੱਕ ਸ਼ੰਖ ਸੀ, ਜਿਸ ਵਿੱਚ ਇਹ ਵੇਦ ਦੀ ਧੁਨੀ ਉਚਾਰਨ ਕਰਿਆ ਕਰਦਾ ਸੀ ਸ਼ੰਖ ਦੇ ਰਾਹੀਂ। ਸਤਿਯੁਗ ਵਿੱਚ ਬ੍ਰਹਮਾ ਜੀ ਆਪਣੇ ਵੇਦਾਂ ਦੀ ਧੁਨੀ ਦਾ ਬੜਾ ਮਾਣ ਕਰਦੇ ਸਨ ਕਿ ਵੇਦਾਂ ਦੀ ਧੁਨੀ ਮੇਰੇ ਪਾਸ ਹੀ ਹੈ। ਉਸ ਵਕਤ ਇਸ ਦਾ ਹੰਕਾਰ ਤੋੜਨ ਲਈ ਇੱਕ ਸ਼ੰਖਾਸੁਰ ਨਾਮੀ ਦੈਂਤ ਨੂੰ ਪਰਮੇਸ਼ਰ ਨੇ ਪੈਦਾ ਕੀਤਾ। ਭਗਵਾਨ ਦੇ ਸੰਕਲਪ ਨਾਲ ਜਦ ਬ੍ਰਹਮਾ ਵੇਦ ਪੜ੍ਹਦਾ ਸੌਂ ਗਿਆ, ਤਾਂ ਸ਼ੰਖਾਸੁਰ ਦੈਂਤ ਨੇ ਇਸ ਦਾ ਸ਼ੰਖ ਖੋਹ ਕੇ ਆਪਣੇ ਪੇਟ ਵਿੱਚ ਪਾ ਲਿਆ। ਬ੍ਰਹਮਾ ਨੂੰ ਸਾਰੇ ਵੇਦ ਭੁੱਲ ਗਏ। ਉਸ ਸ਼ੰਖ ਦੀ ਧੁਨੀ ਵਿੱਚੋਂ ਹੀ ਇਸ ਨੂੰ ਵੇਦ ਦੀ ਧੁਨੀ ਪ੍ਰਗਟ ਹੋਇਆ ਕਰਦੀ ਸੀ। ਜਦੋਂ ਬ੍ਰਹਮਾ ਨੂੰ ਵੇਦ ਭੁੱਲ ਗਏ, ਤਾਂ ਇਸ ਨੇ ਨਿਰਹੰਕਾਰ, ਹੰਕਾਰ ਤੋਂ ਰਹਿਤ ਹੋ ਕਰਕੇ ਭਗਵਾਨ ਨੂੰ ਚੇਤੇ ਕੀਤਾ। ਤਾਂ ਉਸ ਵੇਲੇ ਅੰਤਰਜਾਮੀ, ਅੰਦਰ ਦੀ ਜਾਣਨ ਵਾਲੇ ਵਾਹਿਗੁਰੂ ਦੀ ਆਗਿਆ ਦੁਆਰਾ ਇਸ ਨੇ ਮੱਛ ਅਵਤਾਰ ਧਾਰਨ ਕੀਤਾ। ਵਿਸ਼ਨੂੰ ਜੀ ਮੱਛ ਅਵਤਾਰ ਧਾਰਨ ਕਰਕੇ ਸ਼ੰਖਾਸੁਰ ਦੈਂਤ ਦੇ ਪਾਸ ਸਮੁੰਦਰ ਵਿੱਚ ਗਏ। ਉੱਥੇ ਬਹੁਤ ਭਾਰੀ ਜੰਗ ਹੋਇਆ। ਜੰਗ ਕਰਨ ਤੋਂ ਬਾਅਦ ਸ਼ੰਖਾਸੁਰ ਦੈਂਤ ਨੂੰ ਮਾਰ ਦਿੱਤਾ ਅਤੇ ਉਹ ਵੇਦ ਦੀ ਧੁਨੀ ਵਾਲਾ ਸ਼ੰਖ ਬ੍ਰਹਮੇ ਨੂੰ ਲਿਆ ਕੇ ਦੇ ਦਿੱਤਾ। ਸ੍ਰੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਰਸਨਾ ਦਸਮ ਗ੍ਰੰਥ ਵਿੱਚ ਵੀ ਇਸ ਅਵਤਾਰਾਂ ਦੀ ਕਥਾ ਵਿੱਚ ਇਸ ਤਰ੍ਹਾਂ ਉਚਾਰਨ ਕਰਦੇ ਹਨ। ਸ਼ੰਖਾਸੁਰ ਮਾਰੇ ਵੇਦ ਉਧਾਰੇ, ਵਰਤ ਸੰਘਾਰੇ ਜਸ ਲੀਨੋ, ਦੇਵੋ ਸੋ ਕਲਾਇਓ ਰਾਜ ਬਿਠਾਇਓ, ਛਤਰ ਵਿਛਾਇਓ ਸੁਖ ਦੀਨੋ, ਕੋਟੁੰ ਬਜੇ ਬਾਜੇ ਸੁਰ ਸਭ ਗਾਜੇ, ਸੁੰਡ ਕਰ ਸਾਜੇ ਸੋਕ ਹਰੇ, ਦੈ ਕੋਟਕ ਦਛਨਾ ਕਰੋਰ ਪ੍ਰਸਾਦਨਾ, ਆਨ ਜੋ ਮੱਛ ਕੋ ਪਾਏ ਪਰੇ। ਕਿ ਇਹ ਸਾਖੀਆਂ ਦਸਮ ਗ੍ਰੰਥ ਦੇ ਵਿੱਚ 159 ਅੰਗ ਤੇ ਹੈ। ਐਸਾ ਗਰਭ ਬੁਰਾ ਸੰਸਾਰ ਹੈ ਕਿ ਇਹ ਸਿੱਧੋ ਅਜਿਹਾ ਗਰਭ, ਅਜਿਹਾ ਹੰਕਾਰ ਕਰਨਾ ਜਗਤ ਵਿੱਚ ਬੁਰਾ ਹੈ, ਮੰਦਾ ਹੈ, ਖਰਾਬ ਹੈ। ਜਿਸ ਗੁਰ ਮਿਲੇ ਤਿਸ ਗਰਭ ਨਿਵਾਰੈ। ਜਿਸ ਨੂੰ ਸਤਿਗੁਰੂ ਸਾਹਿਬ ਜੀ ਮਿਲ ਪੈਂਦੇ ਹਨ, ਉਸ ਦੇ ਗਰਭ, ਉਸ ਦੇ ਹੰਕਾਰ ਨੂੰ ਸਤਿਗੁਰੂ ਜੀ ਨਿਵਰਤ ਕਰ ਦਿੰਦੇ ਹਨ, ਨਾਸ ਕਰ ਦਿੰਦੇ ਹਨ, ਖਤਮ ਕਰ ਦਿੰਦੇ ਹਨ। ਰਹਾਉ। ਅੱਗੇ ਮਹਾਰਾਜ ਜੀ ਵਿਸ਼ਰਾਮ ਦੇ ਕੇ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਹਨ। ਬਲ ਰਾਜਾ ਮਾਇਆ ਅਹੰਕਾਰੀ, ਜਗਨ ਕਰੈ ਬਹੁ ਭਾਰ ਅਪਾਰੀ, ਬਿਨ ਗੁਰ ਪੂਛੇ ਜਾਏ ਪਿਆਰੀ। ਬਲ ਰਾਜਾ ਮਾਇਆ ਹੰਕਾਰੀ। ਬਲ ਰਾਜਾ, ਰਾਜਾ ਬਲ ਜੋ ਮਾਇਆ, ਜੋ ਵਿਭੂਤੀ ਵਸਤੂ ਆਦਿਕ ਧਨ ਪਦਾਰਥ ਕਰਕੇ
बहुत हंकारी, बहुत अभिमान दे सहित सी। बल राजा माया हंकारी के राजा बल जो माया आदਿਕ धन पदार्थ करके बहुत हंकारी अभिमान दे सहित सी। जागन करै बहु भार अफारी, जागन जग आदਿਕ करदा है। ਅਤੇ बहुत सारी ਸਮਗਰੀ ਬ੍ਰਾਹਮਣਾਂ ਨੂੰ ਦੇ ਕਰਕੇ ਹੰਕਾਰ ਵਿੱਚ ਅਫਾਰੀ ਆਫਰਿਆ ਹੋਇਆ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਪਿਛਲੇ ਜੱਗਾਂ ਦੀ ਪਿਛਲੇ ਸਮੇਂ ਸਨ, ਉਹਨਾਂ ਦੀਆਂ ਸਾਖੀਆਂ ਸਿੱਧਾਂ ਨੂੰ ਸੁਣਾ ਰਹੇ ਹਨ। ਬਲ ਰਾਜਾ ਮਾਇਆ ਅਹੰਕਾਰੀ, ਜਗਨ ਕਰੈ ਬਹੁ ਭਾਰ ਅਫਾਰੀ, ਬਿਨ ਗੁਰ ਪੂਛੇ ਜਾਏ ਪਿਆਰੀ। ਕਿ ਜਿਹੜਾ ਬਲ ਰਾਜਾ ਸੀ, ਮਾਇਆ ਆਦਿਕ ਧਨ ਪਦਾਰਥਾਂ ਕਰਕੇ ਬਹੁਤ ਹੰਕਾਰੀ ਸੀ, ਅਭਿਮਾਨ ਦੇ ਸਹਿਤ ਸੀ, ਹੰਕਾਰ ਦੇ ਸਹਿਤ ਸੀ। ਜਗਨ ਕਰੈ ਬਹੁ ਭਾਰ ਅਫਾਰੀ, ਜਗਨ ਜਗ ਆਦਿਕ ਕਰਦਾ ਹੈ। ਅਤੇ ਬਹੁਤ ਸਾਰੀ ਸਮਗਰੀ ਬ੍ਰਾਹਮਣਾਂ ਨੂੰ ਦੇ ਕਰਕੇ ਹੰਕਾਰ ਵਿੱਚ ਅਫਾਰੀ ਆਫਰਿਆ ਹੋਇਆ ਸੀ। ਬਿਨ ਗੁਰ ਪੁੱਛੇ ਜਾਏ ਪਿਆਰੀ, ਵੀ ਆਪਣੇ ਗੁਰੂ ਸ਼ੁਕਰਾਚਾਰੀਆ ਨੂੰ ਪੁੱਛੇ ਤੋਂ ਬਗੈਰ ਜੋ ਇਸਨੇ 52 ਬ੍ਰਾਹਮਣ ਰੂਪੀ ਦਾਨ ਕੀਤਾ, ਉਸ ਕਰਕੇ ਪਿਆਰੀ ਪਤਾਲ ਵਿੱਚ ਜਾਣਾ ਪਿਆ ਸੀ ਇਸ ਨੂੰ। ਕਿ ਇੱਥੇ ਬਲ ਰਾਜੇ ਦੀ ਸਾਖੀ ਹੈ। ਸਤਿਯੁਗ ਦੇ ਭਗਤ ਪ੍ਰਹਿਲਾਦ ਦਾ ਪੋਤਾ ਅਤੇ ਬਲੋਚਨ ਦਾ ਪੁੱਤਰ ਜੋ ਵਿਦਿਆਲੀ ਦੇ ਉਦਰ ਤੋਂ ਪੈਦਾ ਹੋਇਆ ਸੀ, ਇਹ ਬਹੁਤ ਹੀ ਪ੍ਰਤਾਪੀ ਸੀ ਬਲ ਰਾਜਾ। ਇਸ ਦਾ ਨਾਮ ਬਲ ਰੱਖਿਆ। ਆਪਣੇ ਪ੍ਰਤਾਪ ਦੇ ਬਲ ਕਰਕੇ ਇਸਨੇ ਚਾਰੇ ਪਾਸੇ ਆਪਣਾ ਰਾਜ ਕਾਇਮ ਕਰ ਰੱਖਿਆ ਹੋਇਆ ਸੀ। ਚਾਰ ਸਪੇਰੇ ਇਸੇ ਦਾ ਹੀ ਰਾਜ ਸੀ। ਆਪਦੇ ਬਲ ਦੇ ਨਾਲ ਸਾਰੇ ਰਾਜੇ ਜਿੱਤ ਕੇ ਰਾਜ ਦਾ ਮਾਲਕ ਬਣਿਆ ਬੈਠਾ ਸੀ। ਜਿਸ ਕਾਰਨ ਇਹ ਬਹੁਤ ਹੰਕਾਰੀ ਹੋ ਗਿਆ ਕਿ ਸਾਰੇ ਦੁਨੀਆ ਦਾ ਰਾਜ ਮੇਰੇ ਕੋਲ ਹੋ ਗਿਆ। ਇਸ ਨੇ 100 ਜਗ ਕੀਤੇ। ਜਦੋਂ ਇਸ ਦੇ ਮਨ ਵਿੱਚ ਇਹ ਇੱਛਾ ਹੋਈ ਕਿ ਸਵਰਗ ਦਾ ਰਾਜ ਵੀ ਪ੍ਰਾਪਤ ਕੀਤਾ ਜਾਵੇ ਜਗ ਕਰਕੇ, ਤਾਂ ਇਸ ਨੇ 101 ਜਗ ਕਰਨਾ ਆਰੰਭ ਕੀਤਾ ਕਿ 101 ਜਗ ਕਰਾਂਗਾ। ਉਸ ਵਕਤ ਇੰਦਰ ਨੂੰ ਬਿਪਤਾ ਪੈ ਗਈ, ਤਾਂ ਉਸਨੇ ਪਰਮੇਸ਼ਰ ਨੂੰ ਚੇਤੇ ਕੀਤਾ ਕਿ ਮੈਨੂੰ ਬਚਾਓ, ਇਹ 101 ਜਗ ਕਰਕੇ ਮੇਰਾ ਰਾਜ ਖੋਹ ਲਏਗਾ। ਇੰਦਰ ਦੇਵਤਾ ਕਹਿਣ ਲੱਗਿਆ। ਉਸ ਵੇਲੇ ਵਿਸ਼ਨੂੰ ਨੇ 52 ਭਾਵ 52 ਉਂਗਲਾਂ ਵਾਲਾ ਅਵਤਾਰ ਧਾਰਨ ਕੀਤਾ ਅਤੇ ਇਸ ਨੂੰ ਛਲਣ ਵਾਸਤੇ ਇਸ ਦੇ ਬੂਹੇ ਅੱਗੇ ਆਣ ਖੜਾ ਹੋਇਆ। ਇਸ ਦਾ ਗੁਰੂ ਸ਼ੁਕਰਾਚਾਰੀਆ ਜੋ ਦੈਂਤ ਸੀ, ਉਸ ਨੇ ਕਹਿਣਾ ਕੀਤਾ ਕਿ ਹੇ ਰਾਜਾ ਬਲ, ਇਹ ਵਿਸ਼ਨੂੰ ਨੇ ਤੈਨੂੰ ਠੱਗਣ ਲਈ ਅਵਤਾਰ ਧਾਰਨ ਕੀਤਾ ਹੈ। 52 ਉਂਗਲਾਂ ਦਾ ਅਵਤਾਰ ਧਾਰਨ ਕੀਤਾ ਹੈ ਇਸ ਵਿਸ਼ਨੂੰ ਨੇ। ਸ਼ੁਕਰਾਚਾਰੀਆ ਦੁਆਰਾ ਬਹੁਤ ਵਰਜਣ 'ਤੇ ਵੀ ਇਸ ਨੇ ਉਸ 52 ਅਵਤਾਰ ਨੂੰ ਅੰਦਰ ਬੁਲਾ ਲਿਆ। ਰਾਜੇ ਬਲ ਨੇ ਅੰਦਰ ਬੁਲਾ ਲਿਆ। ਆਪਣੇ ਗੁਰੂ ਨੂੰ ਕਿਹਾ ਕਿ ਇਹ ਬਾਹਮਣ ਸਾਡੇ ਜੱਗ ਦਾ ਕੀ ਵਿਗਾੜ ਲਵੇਗਾ। ਇਸ ਪ੍ਰਕਾਰ ਬਲ ਰਾਜੇ ਨੇ ਉਸ ਬ੍ਰਾਹਮਣ ਨੂੰ 52 ਜੋ 52 ਉਂਗਲਾਂ ਦਾ ਆਪਣਾ ਰੂਪ ਧਾਰਨ ਕਰਕੇ ਆਇਆ ਸੀ, ਬੈਠਣ ਲਈ ਚੰਦਨ ਦਾ ਮੂੜਾ ਦੇ ਦਿੱਤਾ। 52 ਨੇ ਵੇਦਾਂ ਦਾ ਪਾਠ ਸੁਣਾਉਣਾ ਸ਼ੁਰੂ ਕਰ ਦਿੱਤਾ ਬਲ ਰਾਜੇ ਨੂੰ। ਰਾਜਾ ਬਲ ਬਹੁਤ ਖੁਸ਼ ਹੋਇਆ, ਕਹਿਣ ਲੱਗਿਆ ਕਿ ਹੇ ਬ੍ਰਾਹਮਣ ਜੀ, ਜੋ ਤੁਹਾਡੀ ਇੱਛਾ ਹੈ ਉਹ ਮੰਗਣਾ ਕਰੋ, ਤੁਸੀਂ ਬੜਾ ਵਧੀਆ ਪਾਠ ਸੁਣਾਇਆ ਹੈ। ਉਹ 52 ਬ੍ਰਾਹਮਣ ਕਹਿਣ ਲੱਗਿਆ ਕਿ ਹੇ ਰਾਜਾ ਬਲ, ਹੋਰ ਤਾਂ ਕੁਝ ਨਹੀਂ ਚਾਹੀਦਾ, ਮੈਨੂੰ 2.5 ਕਰਮਾਂ ਦੀ ਧਰਤੀ ਦੀ ਲੋੜ ਹੈ। ਬਲ ਰਾਜਾ ਕਹਿਣ ਲੱਗਿਆ ਕਿ ਠੀਕ ਹੈ ਜੀ, ਮਿਣ ਲਵੋ 2.5 ਕਰਮਾਂ। ਸੋਚਦਾ ਹੈ ਕਿ 52 ਉਂਗਲਾਂ ਦਾ ਹੈ,
ਢਾਈ ਕਰਮਾਂ 'ਚ ਕਿੰਨੀ ਕੁ ਧਰਤੀ ਮਿਣੇਗਾ। ਧਰਤੀ ਨੂੰ ਮਿਲਣ ਵੇਲੇ 52 ਅਵਤਾਰ ਨੇ ਆਪਣੇ ਸਰੀਰ ਦਾ ਅਵਤਾਰ ਵੱਡਾ ਕਰ ਲਿਆ ਅਤੇ ਤਿੰਨਾਂ ਲੋਕਾਂ ਦੀਆਂ 2 ਕਰਮਾਂ ਕੀਤੀਆਂ। ਕਹਿਣ ਲੱਗਿਆ ਕਿ ਅਜੇ ਅੱਧੀ ਕਰਮ ਬਾਕੀ ਹੈ। ਤਾਂ ਬਲ ਰਾਜਾ ਕਹਿਣ ਲੱਗਿਆ ਕਿ ਹੁਣ ਤਾਂ ਮੇਰਾ ਸਰੀਰ ਹੀ ਹਾਜ਼ਰ ਹੈ। ਇਹ ਵੀ ਰਾਜ ਦਾ ਮਾਲਕ ਹੈ, ਆਪ ਇਸ ਸਰੀਰ ਨੂੰ ਮਿਲ ਲੈਣਾ ਕਰੋ। ਤਾਂ ਤੀਜੇ ਕਦਮ ਵਿੱਚ ਬਲ ਰਾਜੇ ਦਾ ਸਰੀਰ ਮਿਲ ਲਿਆ। 7ਵੇਂ ਪਤਾਲ ਵਿੱਚ ਧੱਕ ਦਿੱਤਾ ਬਲ ਰਾਜਾ। ਇਸ ਦੀ ਭਗਤੀ ਭਾਵਨਾ ਦੇਖ ਕੇ ਇਸ ਨੂੰ ਪਤਾਲ ਦਾ ਰਾਜ ਭਾਗ ਵੀ ਅੱਗੇ ਥਾਪ ਦਿੱਤਾ ਮਿਲ ਗਿਆ। ਉਸ ਦੀ ਬੇਨਤੀ ਅਨੁਸਾਰ ਉਸ ਦਾ ਦਵਾਰਪਾਲ ਹੋ ਕੇ ਰਹਿਣਾ ਅੰਗੀਕਾਰ ਕੀਤਾ। ਸੋ ਇਸ ਪ੍ਰਕਾਰ ਰਾਜੇ ਬਲ ਨੇ ਹੰਕਾਰ ਦੇ ਸਹਿਤ ਆਪਣੇ ਗੁਰੂ ਦੇ ਆਖੇ ਲੱਗੇ ਤੋਂ ਬਗੈਰ ਸਵਰਗ ਦਾ ਰਾਜ ਲੈਂਦੇ ਹੋਏ ਨੂੰ 7ਵੇਂ ਪਤਾਲ ਵਿੱਚ ਜਾਣਾ ਪਿਆ, ਜਿਸ ਦਾ ਸਾਰਾ ਪ੍ਰਸੰਗ ਭਾਈ ਗੁਰਦਾਸ ਜੀ ਆਪਣੀ ਰਚਨਾ 40:12 ਵਿੱਚ ਇਸ ਪ੍ਰਕਾਰ ਵਰਣਨ ਕਰਦੇ ਹਨ। ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜਗ ਕਰਾਵੈ, 52 ਰੂਪੀ ਆਇਆ 4 ਵੇਦ ਮੁਖ ਪਾਠ ਸੁਣਾਵੈ। ਰਾਜੇ ਅੰਦਰ ਸੱਦਿਆ ਮੰਗ, ਸੁਆਮੀ ਜੋ ਤੁਧ ਭਾਵੈ, ਅਛਲ ਛਲਣ ਤੁਧ ਆਇਆ, ਸੁਕਰਾ ਪੁਰੋਹਤ ਕਹਿ ਸਮਝਾਵੈ। ਕਰੋ ਉਢਾਈ ਧਰਤ ਮੰਗ, ਪਿਛੋਂ ਦੇ ਤ੍ਰਿਹੋ ਲੋਕ ਨਾ ਮਾਵੈ। ਦੋਏ ਕਰਬਾ ਕਰ ਤਿਨ ਲੋ, ਬਲ ਰਾਜਾ ਲੈ ਮਗਰ ਮਿਟਾਵੈ। ਬਾਲਛਲ ਆਪ ਛਲਾਇਨ ਹੋਏ, ਦਿਆਲ ਮਿਲੈ ਗਲ ਲਾਵੈ। ਦਿੱਤਾ ਰਾਜ ਪਤਾਲ ਦਾ ਹੋਏ ਅਧੀਨ, ਭਗਤ ਜਸ ਗਾਵੈ। ਹੋਏ ਦਰਬਾਨ ਮਹਾ ਸੁਖ ਪਾਵੈ। ਕਿ ਆਪਣੇ ਗੁਰੂ ਦੀ ਮੰਨੇ ਤੋਂ ਬਗੈਰ 52 ਰੂਪ ਬ੍ਰਾਹਮਣ ਨੂੰ ਅੰਦਰ ਸੱਦ ਕੇ ਆਪ ਪਤਾਲ ਦੇ ਵਿੱਚ ਜਾਣਾ ਪਿਆ। 7ਵੇਂ ਪਤਾਲ ਦੇ ਵਿੱਚ ਸਵਰਗ ਦੇ ਰਾਜ ਦੀ ਇੱਛਾ ਰੱਖਦੇ ਨੂੰ ਮਹਾਰਾਜ ਜੀ ਕਹਿਣ ਲੱਗੇ ਕਿ ਪਤਾਲ ਦੇ ਵਿੱਚ ਜਾਣਾ ਪਿਆ। ਅੱਗੇ ਹਰੀ ਚੰਦ ਦੀ ਗੱਲ ਹੈ ਬਾਣੀ ਦੇ ਵਿੱਚ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਧਾਂ ਨੂੰ ਜੋ 4 ਯੁੱਗ ਹੋਏ ਹਨ ਉਹਨਾਂ ਯੁੱਗਾਂ ਦੀਆਂ ਸਾਖੀਆਂ ਸੁਣਾ ਰਹੇ ਹਨ। ਹਰੀ ਚੰਦ ਦਾਨ ਕਰੈ ਜਸ ਲੇਵੈ, ਬਿਨ ਗੁਰ ਅੰਤ ਨਾ ਪਾਏ ਅਭੇਵੈ। ਆਪ ਭੁਲਾਏ ਆਪੇ ਮਤ ਦੇਵੈ। ਕਿ ਹਰੀ ਚੰਦ ਦੀ ਗੱਲ ਸਿੱਧਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਝਾਈ ਕਿ ਉਹ ਵੀ ਬੜਾ ਹੰਕਾਰੀ ਸੀ। ਰਾਜਾ ਹਰੀ ਚੰਦ ਇੱਕ ਭਾਰ ਸੋਨੇ ਦਾ ਦਾਨ ਕਰਦਾ ਸੀ। ਹਰੀ ਚੰਦ ਦਾਨ ਕਰੈ ਕਿ ਹਰੀ ਚੰਦ ਰਾਜਾ ਇੱਕ ਭਾਰ ਸੋਨੇ ਦਾ ਦਾਨ ਕਰਦਾ ਸੀ ਅਤੇ ਬਹੁਤ ਸਾਰਾ ਵਡਿਆਈ ਲਿਆ ਕਰਦਾ ਸੀ। ਇੱਕ ਭਾਰ ਸੋਨੇ ਦਾ ਦਾਨ ਕਰਕੇ ਵਡਿਆਈ ਪ੍ਰਾਪਤ ਕਰਦਾ ਸੀ। 3260 ਤੋਲਿਆਂ ਦਾ ਇੱਕ ਭਾਰ ਮੰਨਿਆ ਗਿਆ ਹੈ। ਭਾਵ 3260 ਤੋਲੇ ਸੋਨਾ ਹਰ ਰੋਜ਼ ਦਾਨ ਕਰਦਾ ਸੀ। ਬਿਨ ਗੁਰ ਅੰਤ ਨਾ ਪਾਏ ਅਭੇਵੈ। ਆਪਣੇ ਗੁਰੂ ਵਸ਼ਿਸ਼ਟ ਮੁਨੀ ਦੇ ਪੁੱਛੇ ਤੋਂ ਬਗੈਰ ਹੀ ਇਹ ਵਿਸ਼ਵਾਮਿੱਤਰ ਦੇ ਸੂਰ ਬਣ ਕੇ ਪਿੱਛੇ ਸ਼ਿਕਾਰ ਲਈ ਚਲਿਆ ਗਿਆ ਅਤੇ ਅੰਤ ਨੂੰ ਭੇਦ ਰਹਿਤ ਪਰਮੇਸ਼ਰ ਦੀ ਕੁਦਰਤ ਦਾ ਓੜਕ ਅੰਤ ਨਹੀਂ ਪਾ ਸਕਿਆ ਹੈ। ਬਿਨ ਗੁਰ ਅੰਤ ਨਾ ਪਾਏ ਅਭੇਵੈ। ਕਿ ਹਰੀ ਚੰਦ ਰਾਜਾ ਆਪਣੇ ਗੁਰੂ ਵਸ਼ਿਸ਼ਟ ਮੁਨੀ ਦੇ ਪੁੱਛੇ ਤੋਂ ਬਗੈਰ ਹੀ ਇਹ ਵਿਸ਼ਵਾਮਿੱਤਰ ਦੇ ਸੂਰ ਬਣ ਕੇ ਪਿੱਛੇ ਸ਼ਿਕਾਰ ਲਈ ਚਲਿਆ ਗਿਆ। ਅੰਤ ਨੂੰ ਭੇਦ ਰਹਿਤ ਪਰਮੇਸ਼ਰ ਦੀ ਕੁਦਰਤ ਦਾ ਓੜਕ ਅੰਤ ਨਹੀਂ ਪਾ ਸਕਿਆ। ਆਪ ਭੁਲਾਏ ਆਪੇ ਮਤ ਦੇਵੈ। ਹੇ ਭਾਈ, ਉਸ ਪਰਮੇਸ਼ਰ ਨੇ ਆਪ ਹੀ ਜੀਵਾਂ ਨੂੰ ਭੁਲਾਉਣਾ ਕੀਤਾ ਹੈ ਅਤੇ ਆਪ ਹੀ ਮਤ, ਆਪ ਹੀ ਸਿੱਖਿਆ ਦੇਣਾ ਕਰਦਾ ਹੈ। ਇੱਥੇ ਹਰੀ ਚੰਦ ਦੀ ਸਾਖੀ ਹੈ ਕਿ ਇਹ ਸੂਰ ਦੇ ਮਗਰ ਕਿਵੇਂ ਗਿਆ।
ਕਿ ਰਾਜਾ ਹਰੀ ਚੰਦ, ਜਿਸ ਨੂੰ ਹਰੀ ਚੰਦਰ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਹ ਸੂਰਜ ਵੰਸ਼ ਦਾ 28ਵਾਂ ਰਾਜਾ ਹੋਇਆ ਹੈ। ਇਸ ਦੇ ਪਿਤਾ ਦਾ ਨਾਮ ਰਾਜਾ ਤਿਰਸੰਕੂ ਸੀ। ਇਹ ਆਪਣੀ ਹਮਦਿਲੀ ਅਤੇ ਨਿਆਂ ਲਈ ਮਜਬੂਰ ਸੀ। ਇਹ ਆਪਣੀ ਹਮਦਿਲੀ ਅਤੇ ਨਿਆਂ ਲਈ ਮਸ਼ਹੂਰ ਸੀਗਾ। ਇੱਕ ਦਿਨ ਇਸ ਦਾ ਪਿਤਾ ਰਾਜਾ ਤਿਰਸੰਕੂ ਵਸ਼ਿਸ਼ਟ ਮੁਨੀ ਜੀ ਨੂੰ ਜਾ ਕੇ ਕਹਿਣ ਲੱਗਿਆ ਕਿ ਹੇ ਮੁਨੀ ਜੀ, ਮੈਨੂੰ ਸਣ ਦੇਹਾ ਸਵਰਗ ਵਿੱਚ ਪਹੁੰਚਾ ਦਿਓ। ਵਸ਼ਿਸ਼ਟ ਮੁਨੀ ਅੱਗੇ ਕਹਿਣ ਲੱਗੇ ਕਿ ਹੇ ਰਾਜਨ, ਤੂੰ ਜਗ ਆਦਿਕ ਸ਼ੁਭ ਕਰਮ ਕਰ, ਫਿਰ ਸਰੀਰ ਛੱਡ ਕੇ ਸਵਰਗ ਵਿੱਚ ਜਾ ਕੇ ਰਹੇਗਾ। ਪਰ ਇਹ ਕਹਿੰਦਾ ਹੈ ਕਿ ਮੈਂ ਤਾਂ ਸਣ ਦੇਹੀ ਹੀ ਸਵਰਗ ਵਿੱਚ ਜਾਵਾਂਗਾ, ਦੇਹ ਨਹੀਂ ਇੱਥੇ ਛੱਡ ਕੇ ਜਾਵਾਂਗਾ। ਚੰਗਾ ਵਸ਼ਿਸ਼ਟ ਮੁਨੀ ਜੀ, ਮੈਂ ਆਪ ਜੀ ਨੂੰ ਗੁਰੂ ਨਹੀਂ ਮੰਨਦਾ ਜੇ ਤੁਸੀਂ ਸਣ ਦੇਹੀ ਮੈਨੂੰ ਸਵਰਗ ਵਿੱਚ ਨਹੀਂ ਭੇਜਦੇ। ਉੱਥੇ ਆਣ ਕੇ ਇਹ ਵਿਸ਼ਵਾਮਿੱਤਰ ਜੀ ਦਾ ਚੇਲਾ ਬਣਿਆ। ਵਿਸ਼ਵਾਮਿੱਤਰ ਨੇ ਰਾਜੇ ਤਿਰਸੰਕੂ ਨੂੰ ਕਿਹਾ ਕਿ ਮੈਂ ਤੈਨੂੰ ਸਣ ਦੇਹੀ ਸਵਰਗ ਵਿੱਚ ਪਹੁੰਚਾ ਦੇਵਾਂਗਾ। ਜਦੋਂ ਵਿਸ਼ਵਾਮਿੱਤਰ ਰਾਜੇ ਤਿਰਸੰਕੂ ਨੂੰ ਸਣ ਦੇਹੀ ਸਵਰਗ ਵਿੱਚ ਪਹੁੰਚਾਉਣ ਲੱਗਿਆ ਤਾਂ ਦੇਵਤਿਆਂ ਨੇ ਗੁਰੂ ਵਸ਼ਿਸ਼ਟ ਮੁਨੀ ਤੋਂ ਬੇਮੁਖ ਹੋਇਆ ਜਾਣ ਕੇ ਸਵਰਗ ਵਿੱਚ ਥਾਂ ਨਾ ਦਿੱਤਾ। ਦੇਵਤੇ ਰਾਜੇ ਨੂੰ ਥੱਲੇ ਨੂੰ ਸੁੱਟਣ ਤੇ ਵਿਸ਼ਵਾਮਿੱਤਰ ਮੰਤਰਾਂ ਦੇ ਬਲ ਨਾਲ ਰਾਜੇ ਨੂੰ ਉੱਪਰ ਵੱਲ ਨੂੰ ਚੜ੍ਹਾਵੇ। ਉਸ ਵੇਲੇ ਤਿਰਸੰਕੂ ਰਾਜਾ ਵਿਚਾਲੇ ਹੀ ਰਹਿ ਗਿਆ। ਉੱਥੇ ਕਰਮ ਨਾਸਕਾ ਨਦੀ ਨਿਕਲਦੀ ਹੈ, ਜਿਸ ਨੂੰ 9ਵੇਂ ਪਾਤਸ਼ਾਹ ਜੀ ਨੇ ਚਰਨ ਪਾ ਕੇ ਜੀਵਾਂ ਦੇ ਭੈੜੇ ਕਰਮਾਂ ਦਾ ਨਾਸ ਕੀਤਾ ਸੀ। ਆਪਣੇ ਪਿਤਾ ਦੀ ਹਾਲਤ ਬਾਰੇ ਸੁਣ ਕਰਕੇ ਰਾਜਾ ਹਰੀ ਚੰਦ ਵਸ਼ਿਸ਼ਟ ਮੁਨੀ ਜੀ ਦੇ ਪੈਰੀਂ ਪੈ ਗਿਆ। ਇਹ ਗੱਲ ਜਾਣ ਕੇ ਵਿਸ਼ਵਾਮਿੱਤਰ ਇਸ ਨਾਲ ਬਹੁਤ ਗੁੱਸੇ ਹੋ ਗਿਆ ਕਿ ਮੈਂ ਇਸ ਦੇ ਪਿਓ ਨੂੰ ਸਣ ਦੇਹੀ ਸਵਰਗ ਵਿੱਚ ਪਹੁੰਚਾਵਾਂਗਾ ਤੇ ਇਹ ਮੇਰੀ ਸੇਵਕੀ ਛੱਡ ਕੇ ਮੇਰੇ ਦੁਸ਼ਮਣ ਵਸ਼ਿਸ਼ਟ ਮੁਨੀ ਦਾ ਚੇਲਾ ਬਣ ਗਿਆ ਹੈ। ਇਸ ਈਰਖਾ ਦੇ ਕਰਕੇ ਰਾਜੇ ਹਰੀ ਚੰਦ ਨੂੰ ਸਬਕ ਸਿਖਾਉਣ ਲਈ ਇਸ ਨੇ ਸੂਰ ਦਾ ਰੂਪ ਧਾਰਨ ਕਰਕੇ ਰਾਜੇ ਦਾ ਬਾਗ ਪੱਟ ਦਿੱਤਾ। ਮਾਲੀ ਨੇ ਰਾਜੇ ਨੂੰ ਆਣ ਕੇ ਕਿਹਾ ਕਿ ਮਹਾਰਾਜ, ਇਹ ਬਹੁਤ ਭਾਰੀ ਸੂਰ ਆਇਆ ਹੈ ਜਿਸ ਨੇ ਸਾਰਾ ਬਾਗ ਹੀ ਉਜਾੜ ਦਿੱਤਾ ਹੈ। ਰਾਜੇ ਨੇ ਅਜੇ ਕੋਈ ਪੁੰਨਦਾਨ ਨਹੀਂ ਕੀਤਾ ਸੀ। ਇਸ ਨੇ ਸੋਚਿਆ ਕਿ ਪਹਿਲਾਂ ਸੂਰ ਦਾ ਸ਼ਿਕਾਰ ਕਰ ਲਈਏ, ਫਿਰ ਹੀ ਕੋਈ ਪੁੰਨਦਾਨ ਕਰਾਂਗੇ। ਸੋ ਰਾਜਾ ਘੋੜੇ ਉੱਪਰ ਚੜ੍ਹ ਕੇ ਸੂਰ ਦਾ ਸ਼ਿਕਾਰ ਕਰਨ ਲਈ ਉਸ ਦੇ ਮਗਰ ਗਿਆ। ਸੂਰ ਜੰਗਲ ਵਿੱਚ ਭੱਜ ਗਿਆ। ਬਹੁਤ ਦੂਰ ਉਜਾੜ ਵਿੱਚ ਜਾ ਕੇ ਸੂਰ ਅਲੋਪ ਹੋ ਗਿਆ ਤੇ ਵਿਸ਼ਵਾਮਿੱਤਰ ਇੱਕ ਬ੍ਰਾਹਮਣ ਦਾ ਰੂਪ ਧਾਰ ਕੇ ਖੂਹੀ ਉੱਪਰ ਬੈਠਾ ਹੋਇਆ ਹੈ। ਰਾਜੇ ਨੂੰ ਬਹੁਤ ਪਿਆਸ ਲੱਗੀ ਹੋਈ, ਬੁੱਲ ਸੁੱਕਦੇ ਜਾਂਦੇ, ਮਾਸਕੀ ਕੋਈ ਨਹੀਂ ਸੀ, ਪਾਣੀ ਵਾਲਾ ਕੋਈ ਨਹੀਂ ਸੀ ਤੇ ਦਾਨ ਅਜੇ ਕੀਤਾ ਨਹੀਂ ਸੀ। ਇਹ ਬ੍ਰਾਹਮਣ ਬਣਿਆ ਬੈਠਾ ਵਿਸ਼ਵਾਮਿੱਤਰ ਰਾਜੇ ਨੂੰ ਕਹਿਣ ਲੱਗਿਆ ਕਿ ਹੇ ਰਾਜਨ, ਤੂੰ ਬਹੁਤ ਉਦਾਸ ਲੱਗਦਾ ਹੈ। ਰਾਜੇ ਨੇ ਕਿਹਾ ਕਿ ਮੈਨੂੰ ਬਹੁਤ ਪਿਆਸ ਲੱਗੀ ਹੈ, ਪਰ ਮੈਂ ਦਾਨ ਕਰਨ ਤੋਂ ਪਹਿਲਾਂ ਕੋਈ ਅੰਨ ਜਲ ਛਕਣਾ ਨਹੀਂ ਹੈ। ਤਾਂ ਇਹ ਕਹਿਣ ਲੱਗਿਆ ਕਿ ਹੇ ਰਾਜਨ, ਤੂੰ ਇੱਥੇ ਮੈਨੂੰ ਦਾਨ ਕਰਨ ਲਈ ਸੰਕਲਪ ਕਰ ਦੇ। ਸੰਕਲਪ ਕੀਤਾ ਤੇ ਦਾਨ ਕਰਿਆ ਇੱਕੋ ਜਿਹਾ ਹੁੰਦਾ ਹੈ। ਰਾਜੇ ਨੇ ਦਾਨ ਕਰਨ ਦਾ ਸੰਕਲਪ ਕਰਕੇ ਪਾਣੀ ਪੀ ਲਿਆ ਤੇ ਵਿਸ਼ਵਾਮਿੱਤਰ ਨੇ ਸਰਾਪ ਨਾਲ ਇਸ ਨੂੰ ਸਾਰੀ ਸਮੱਗਰੀ ਨਾਸ ਕਰ ਦਿੱਤੀ, ਜਿਸ ਕਰਕੇ 21 ਭਾਰ ਦਾਨ ਨਾ ਹੋ ਸਕਿਆ। ਤਾਂ ਇਸ ਰਾਜੇ ਨੂੰ, ਰਾਣੀ ਨੂੰ ਤੇ ਇਸ ਦੇ ਪੁੱਤਰ ਨੂੰ 3 ਭਾਰ ਦੇ ਬਦਲੇ ਲੈ ਲਿਆ ਤੇ ਰਾਜ ਭਾਗ ਵਿੱਚੋਂ ਕੱਢ ਦਿੱਤਾ ਤੇ ਰਾਜੇ ਨੂੰ ਕਿਹਾ ਕਿ ਤੂੰ ਆਪਣਾ ਦਾਨ ਦੇਣ ਦਾ ਪਰਨ ਪੂਰਾ ਕਰ। ਰਾਜ ਨੇ ਆਪਣੇ ਦਿਲ ਵਿੱਚ ਪੱਥਰ ਰੱਖ ਕੇ ਆਪਣੀ ਇਸਤਰੀ ਤੇ ਪੁੱਤਰ ਨੂੰ ਵੇਚਿਆ ਤੇ ਆਪ ਕਾਂਸੀ ਦੀ ਮੰਡੀ ਵਿੱਚ ਇੱਕ ਚੰਡਾਲ ਕੋਲ ਵਿਕਿਆ, ਜਿੱਥੇ ਇਹ ਸ਼ਮਸ਼ਾਨ ਭੂਮੀ ਵਿੱਚ ਮੁਰਦਿਆਂ ਨੂੰ
ਸਾੜਦਾ ਸੀ ਤੇ ਚੰਡਾਲਾਂ ਵੱਲੋਂ ਹੁਕਮ ਸੀ ਕਿ 1.25 ਰੁਪਈਆ ਲੈ ਕੇ ਫੇਰ ਕਿਸੇ ਨੂੰ ਸੰਸਕਾਰ ਕਰਨ ਦੇਣਾ ਹੈ। ਸੋ ਇਸ ਪ੍ਰਕਾਰ ਇਹਨਾਂ ਨੂੰ ਇੱਕ ਵਰ੍ਹਾ ਗੁਜ਼ਰ ਗਿਆ। ਤਿੰਨਾਂ ਨੂੰ, ਇਸ ਦੀ ਇਸਤਰੀ ਨੂੰ ਤੇ ਇਸ ਦੇ ਪੁੱਤਰ ਨੂੰ ਇੱਕ ਵਰ੍ਹਾ ਗੁਜ਼ਰ ਗਿਆ। ਉਧਰ ਇੱਕ ਦਿਨ ਰਾਣੀ ਆਪਣੇ ਪੁੱਤਰ ਸਮੇਤ ਤੁਰੀ ਆਉਂਦੀ ਸੀ। ਉਸ ਦੇ ਪੁੱਤਰ ਦੇ ਸੱਪ ਲੜ ਗਿਆ ਤੇ ਉਸ ਦੀ ਮੌਤ ਹੋ ਗਈ ਤੇ ਇਹ ਬਿਰਲਾਪ ਕਰਦੀ ਹੋਈ ਪੁੱਤਰ ਦਾ ਸੰਸਕਾਰ ਕਰਨ ਲਈ ਸ਼ਮਸ਼ਾਨ ਭੂਮੀ ਕੋਲ ਆਈ। ਇਹਨਾਂ ਦੋਨਾਂ ਨੇ ਇੱਕ ਦੂਸਰੇ ਨੂੰ ਪਛਾਣ ਲਿਆ। ਰਾਜੇ ਨੇ ਰਾਣੀ ਨੂੰ, ਰਾਣੀ ਨੇ ਰਾਜੇ ਨੂੰ, ਤੇ ਪਛਾਣ ਲਿਆ ਚਾਹਿਆ ਕਿ ਆਪਣੇ ਪੁੱਤਰ ਦੀ ਚਿਖਾ ਤੇ ਸੜ ਕੇ ਮਰ ਜਾਈਏ। ਰਾਜਾ ਕਹਿਣ ਲੱਗਿਆ ਕਿ ਮੇਰੇ ਮਾਲਕ ਦਾ ਹੁਕਮ ਹੈ। ਰਾਣੀ ਨੂੰ ਕਹਿਣ ਲੱਗਿਆ ਮੇਰੇ ਮਾਲਕ ਦਾ ਹੁਕਮ ਹੈ ਕਿ 1.25 ਰੁਪਈਆ ਲੈ ਕੇ ਫੇਰ ਕਿਸੇ ਨੂੰ ਸੰਸਕਾਰ ਕਰਨ ਦੇਣਾ ਹੈ। ਮੈਂ ਆਪਣੇ ਮਾਲਕ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ, ਆਪਣੇ ਪੁੱਤਰ ਦਾ ਸੰਸਕਾਰ ਨਹੀਂ ਕਰ ਸਕਦਾ। ਰਾਣੀ ਬਿਰਲਾਪ ਕਰਦੀ ਹੋਈ ਸ਼ਮਸ਼ਾਨ ਘਾਟ ਦੇ ਬਾਹਰ ਆਪਣੇ ਪੁੱਤਰ ਦੀ ਲਾਸ਼ ਲੈ ਕੇ ਬੈਠ ਗਈ। ਰੋਂਦੀ ਰੋਂਦੀ ਬੇਹੋਸ਼ ਹੋ ਗਈ। ਉਧਰੋਂ ਕੁਝ ਚੋਰ ਆਏ। ਉਧਰੋਂ ਕੁਝ ਚੋਰ ਜੋ ਰਾਜੇ ਦੇ ਮਹਿਲਾਂ ਵਿੱਚੋਂ ਚੋਰੀ ਕਰਕੇ ਆ ਰਹੇ ਸਨ। ਉਹਨਾਂ ਨੇ ਸੁਖਣਾ ਸੁਖੀ ਹੋਈ ਸੀ। ਉਹ ਰਾਣੀ ਨੂੰ ਕੋਈ ਸੰਤਣੀ ਜਾਣ ਕੇ, ਸਾਧਣੀ ਜਾਣ ਕੇ ਉਸ ਦੇ ਗਲ ਵਿੱਚ ਇੱਕ ਹੀਰਿਆਂ ਦਾ ਹਾਰ ਪਾ ਕੇ ਆਪ ਭੱਜ ਗਏ। ਉਧਰੋਂ ਰਾਜੇ ਦੇ ਸਿਪਾਹੀ ਵੀ ਆ ਗਏ। ਉਹਨਾਂ ਨੇ ਰਾਣੀ ਨੂੰ ਚੋਰਾਂ ਦੇ ਨਾਲ ਰਲੇ ਹੋਣ ਜਾਣ ਕਰਕੇ ਫੜ ਕੇ ਰਾਜੇ ਦੇ ਦਰਬਾਰ ਵਿੱਚ ਪੇਸ਼ ਕਰ ਦਿੱਤਾ। ਤਾਂ ਰਾਜੇ ਨੇ ਉਸ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ। ਸਿਪਾਹੀ ਰਾਣੀ ਨੂੰ ਫੜ ਕੇ ਸ਼ਮਸ਼ਾਨ ਘਾਟ ਲੈ ਆਏ ਤੇ ਚੰਡਾਲ ਨੇ ਹਰੀ ਚੰਦ ਨੂੰ ਹੁਕਮ ਦਿੱਤਾ ਕਿ ਇਸ ਨੂੰ ਕਤਲ ਕਰ ਦੇਵੋ। ਤਾਂ ਰਾਜੇ ਨੇ ਆਪਣੀ ਰਾਣੀ ਨੂੰ ਜਾਣਦਿਆਂ ਹੋਇਆਂ ਵੀ ਆਪਣੇ ਮਾਲਕ ਦਾ ਹੁਕਮ ਮੰਨ ਕੇ ਉਸ ਨੂੰ ਮਾਰ ਲਈ। ਜਦੋਂ ਕਿਰਪਾਨ ਕੱਢੀ ਤਾਂ ਉਸ ਵੇਲੇ ਭਗਵਾਨ ਨੇ ਪ੍ਰਗਟ ਹੋ ਕੇ ਹੱਥ ਫੜ ਲਿਆ। ਕਹਿੰਦੇ ਹੇ ਰਾਜਨ, ਤੇਰਾ 7 ਦਾਨ ਪੂਰਾ ਹੋ ਗਿਆ। ਭਗਵਾਨ ਨੇ ਸਾਰਾ ਰਾਜ ਭਾਗ ਵੀ ਦੇ ਦਿੱਤਾ ਤੇ ਕਿਹਾ ਹੇ ਰਾਜਨ, ਮੰਗ ਜੋ ਕੁਝ ਮੰਗਦਾ ਹੈ। ਰਾਜਾ ਕਹਿਣ ਲੱਗਿਆ ਕਿ ਹੇ ਭਗਵਾਨ ਜੀ, ਜੇਕਰ ਆਪ ਬਹੁਤ ਹੀ ਪ੍ਰਸੰਨ ਹੋਏ ਹੋ ਤਾਂ ਮੇਰੀ ਸਾਰੀ ਨਗਰੀ ਹੀ ਸਵਰਗ ਨੂੰ ਜਾਵੇ, ਐਸਾ ਵਰਦਾਨ ਬਖਸ਼ਿਸ਼ ਕਰੋ। ਭਗਵਾਨ ਨੇ ਖੁਸ਼ ਹੋ ਕੇ, ਪਰਮੇਸ਼ਰ ਨੇ ਖੁਸ਼ ਹੋ ਕੇ ਕਿਹਾ ਕਿ ਤਥਾ ਸਥੂ ਇਸੇ ਪ੍ਰਕਾਰ ਹੀ ਹੋਵੇਗਾ। ਜਦੋਂ ਸਵਰਗ ਨੂੰ ਜਾਣ ਲਈ ਵਿਮਾਨ ਚੜ੍ਹ ਗਏ, ਅਜੇ ਥੋੜਾ ਹੀ ਉੱਪਰ ਗਏ ਕਿ ਗਧਾ ਹੀਂਗ ਪਿਆ। ਹਰੀ ਚੰਦ ਨੂੰ ਹੰਕਾਰ ਹੋ ਗਿਆ ਤੇ ਸੋਚਦਾ ਹੈ ਕਿ ਹਰੀ ਚੰਦਾ, ਤੇਰੇ ਜਿੰਨਾ ਦਾਨੀ ਕੌਣ ਹੈ, ਜਿਨ੍ਹਾਂ ਦੇ ਗਧੇ ਵੀ ਸਵਰਗ ਨੂੰ ਚੱਲੇ ਹਨ। ਉਸ ਹੰਕਾਰ ਕਰਕੇ ਇਸ ਦੀ ਪੂਰੀ ਉੱਥੇ ਹੀ ਰੁਕ ਗਈ। ਕਈ ਇਸ ਤਰ੍ਹਾਂ ਵੀ ਕਹਿੰਦੇ ਹਨ ਕਿ ਹਰੀ ਚੰਦ ਸਵਰਗ ਵਿੱਚ ਆਪਣੀ ਨਗਰੀ ਸਮੇਤ ਚਲਿਆ ਗਿਆ ਸੀ, ਪਰ ਨਾਰਦ ਮੁਨੀ ਨੇ ਬਰੇਫ ਨਾਲ ਇਸ ਦੇ ਮੂੰਹੋਂ ਇਸ ਦੀ ਉਸਤਤੀ ਕਰਾਈ, ਜਿਸ ਕਰਕੇ ਇਸ ਦੇ ਪੁੰਨ ਨਾਸ ਹੋਣ ਤੋਂ ਇਸ ਨੂੰ ਸਵਰਗ ਵਿੱਚੋਂ ਕੱਢ ਦਿੱਤਾ ਗਿਆ। ਜਦ ਇਹ ਸਵਰਗੋਂ ਡਿੱਗ ਰਿਹਾ ਸੀ ਤਾਂ ਇਸ ਨੇ ਈਸ਼ਵਰ ਤੋਂ ਆਪਣੀ ਭੁੱਲ ਬਖਸ਼ਾਈ ਤੇ ਬਖਸ਼ਿਆ ਗਿਆ ਅਤੇ ਹੇਠਾਂ ਆਉਂਦਿਆਂ ਹੋਇਆ ਉੱਥੇ ਹੀ ਰੁਕ ਗਿਆ। ਗੁਰੂ ਜੀ ਦੱਸਦੇ ਹਨ ਕਿ ਹਰੀ ਚੰਦ ਦਾਨ ਕਰੈ ਜਸ ਲੇਵੈ, ਬਿਨ ਗੁਰ ਅੰਤ ਨ ਪਾਏ ਅਭੇਵੈ, ਆਪ ਭੁਲਾਏ ਆਪੇ ਮਤ ਦੇਵੈ। ਕਿ ਰਾਜਾ ਹਰੀ ਚੰਦ ਇੱਕ ਭਾਰ ਸੋਨੇ ਦਾ ਦਾਨ ਕਰਦਾ ਸੀ, ਬਹੁਤ ਸਾਰਾ ਵਡਿਆਈ ਲਿਆ ਕਰਦਾ ਸੀ। 3260 ਤੋਲੇ ਦਾ ਇੱਕ ਭਾਰ ਮੰਨਿਆ ਗਿਆ ਹੈ। 3260 ਤੋਲੇ ਰੋਜ਼ ਦਾਨ ਕਰਦਾ ਸੀ। ਬਿਨ ਗੁਰ ਅੰਤ ਨਾ ਪਾਏ ਅਭੇਵੈ, ਆਪਣੇ ਗੁਰੂ ਵਸਿਸ਼ਟ ਮੁਨੀ ਜੀ ਦੇ ਪੁੱਛੇ ਤੋਂ ਬਗੈਰ ਹੀ ਇਹ ਵਿਸ਼ਵਾਮਿੱਤਰ ਦੇ ਸੂਰ ਬਣ ਕੇ ਪਿੱਛੇ ਸ਼ਿਕਾਰ ਲਈ ਚਲਿਆ ਗਿਆ ਅਤੇ ਅੰਤ ਨੂੰ ਭੇਦ ਰਹਿਤ ਪਰਮੇਸ਼ਰ ਦੀ ਕੁਦਰਤ ਦਾ ਓੜਕ ਅੰਤ ਨਹੀਂ ਪਾ ਸਕਿਆ। ਆਪ ਭੁਲਾਏ ਆਪੇ ਮਤ ਦੇਵੈ,
हे ਭਾਈ ਉਸ ਪਰਮੇਸ਼ਰ ਨੇ ਆਪ ਹੀ ਜੀਵਾਂ ਨੂੰ ਭੁਲਾਉਣਾ ਕੀਤਾ ਹੈ ਅਤੇ ਆਪ ਹੀ ਸਿੱਖਿਆ ਦੇਣਾ ਕਰਦਾ ਹੈ। ਇੱਥੇ ਹੀ ਸਮਾਪਤੀ ਕਿ ਹਰੀ ਚੰਦ ਦੀ ਸਾਖੀ ਆਈ। ਇੱਥੇ ਸਾਰੇ ਜੋ ਹੰਕਾਰੀ ਹੋਏ ਹਨ ਸਾਰਿਆਂ 'ਤੇ ਸਾਖੀਆਂ ਆਉਣਗੀਆਂ ਕਿ ਸਮਾਂ ਲੱਗੇਗਾ। ਸਮਾਂ ਹੋ ਚੁੱਕਿਆ ਹੈ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ।